ਜਦੋਂ ਵੀ ਰੱਖੜੀ ਦਾ ਤਿਉਹਾਰ ਆਉਣਾ ਹੁੰਦਾ ਹੈ ਤੇ ਉਸ ਤੋਂ ਕੁਝ ਕੁ ਦਿਨ ਪਹਿਲਾਂ ਫੇਸਬੁੱਕ ਦੇ ਉੱਤੇ ਨਾ ਤੁਸੀਂ ਆਮ ਕਰਕੇ ਵੇਖਿਆ ਹੋਵੇਗਾ ਕਿ ਇੱਕ ਫੋਟੋ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਇਰਲ ਹੋਣ ਲੱਗ ਪੈਂਦੀ ਹੈ। ਜਨਾਨੀ ਆਦਮੀ ਦੀ ਫੋਟੋ ਹੈ, ਆ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਵਿਖਾ ਦਿੰਨਾ। ਆਹ ਫੋਟੋ ਹੈ ਜਿਹੜੀ ਬਹੁਤਾਤ ਗਿਣਤੀ ਦੇ ਅੰਦਰ ਵਾਇਰਲ ਹੁੰਦੀ ਹੈ। ਹੁਣ ਇਹ ਜਨਾਨੀ ਆਦਮੀ ਕੌਣ ਨੇ, ਮੈਨੂੰ ਤੇ ਇਹਨਾਂ ਦੇ ਬਾਰੇ ਦੇ ਵਿੱਚ ਕੁਝ ਨਹੀਂ ਪਤਾ। ਬਸ ਇੰਨਾ ਕੁ ਪਤਾ ਲੱਗਦਾ ਪਿਆ ਕਿ ਇਹ ਜਨਾਨੀ ਜਿਹੜੀ ਹੈ ਆਦਮੀ ਨੂੰ ਰੱਖੜੀ ਬੰਨ੍ਹਦੀ ਪਈ ਹੈ। ਹੋ ਸਕਦਾ ਹੈ ਇਹ ਦੋਵੇਂ ਭੈਣ ਭਰਾ ਹੋਣ ਤੇ ਭੈਣ ਜਿਹੜੀ ਹੈ ਉਹ ਭਰਾ ਨੂੰ ਰੱਖੜੀ ਬੰਨ ਰਹੀ ਹੋਵੇ। ਪਰ ਆਮ ਕਰਕੇ ਲੋਕ ਨੇ ਜਿਹੜੇ ਉਹ ਇਹ ਗੱਲ ਕਹਿੰਦੇ ਨੇ ਕਿ ਇਹ ਜਨਾਨੀ ਆਦਮੀ ਜਿਹੜਾ ਹੈ ਉਹ ਬਾਬਾ ਨਾਨਕ ਜੀ ਨੇ ਤੇ ਜਨਾਨੀ ਜਿਹੜੀ ਹੈ ਉਹ ਬੇਬੇ ਨਾਨਕੀ ਹੈ ਤੇ ਬੇਬੇ ਨਾਨਕੀ ਜਿਹੜੀ ਹੈ ਉਹ ਬਾਬਾ ਨਾਨਕ ਜੀ ਨੂੰ ਰੱਖੜੀ ਬੰਨ੍ਹਦੀ ਪਈ ਹੈ। ਹੁਣ ਬੜੀ ਕਮਾਲ ਦੀ ਗੱਲ ਹੈ। ਪਹਿਲੀ ਗੱਲ ਤੇ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਇਹ ਬਾਬਾ ਨਾਨਕ ਹੈ? ਦੂਜੀ ਗੱਲ, ਕੀ ਪ੍ਰੂਫ ਹੈ ਤੁਹਾਡੇ ਕੋਲ ਕਿ ਇਹ ਲੇਡੀ ਜਿਹੜੀ ਹੈ, ਇਹ ਜਨਾਨੀ ਜਿਹੜੀ ਹੈ, ਇਹ ਔਰਤ ਜਿਹੜੀ ਹੈ ਇਹ ਬੇਬੇ ਨਾਨਕੀ ਹੈ? ਕੀ ਪ੍ਰੂਫ ਹੈ? ਕੋਈ ਪ੍ਰੂਫ ਹੈ ਇਸ ਗੱਲ ਦਾ? ਬਸ ਇੱਕ ਵਿਚਾਰ ਚੱਲ ਪਈ ਤੇ ਬਸ ਵੇਖੋ ਵੇਖੀ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਬਾਬਾ ਨਾਨਕ ਹੈ ਤੇ ਨਾਲ ਬੇਬੇ ਨਾਨਕੀ ਹੈ। ਬੇਬੇ ਨਾਨਕੀ ਜਿਹੜੀ ਹੈ ਉਹ ਬਾਬਾ ਨਾਨਕ ਜੀ ਨੂੰ ਰੱਖੜੀ ਬੰਨ੍ਹਦੀ ਪਈ ਹੈ। ਸੱਚ ਕਰਕੇ ਜਾਣਿਓ, ਮੈਂ ਇਸ ਗੱਲ ਦੇ ਉੱਤੇ ਮਾੜਾ ਮੋਟਾ ਵੀ ਯਕੀਨ ਨਹੀਂ ਕਰਦਾ ਕਿ ਇਹ ਬਾਬਾ ਨਾਨਕ ਤੇ ਬੇਬੇ ਨਾਨਕੀ ਹੈ। ਇਹ ਜਨਾਨੀ ਆਦਮੀ ਕੌਣ ਨੇ ਮੈਨੂੰ ਇਹਨਾਂ ਦੇ ਬਾਰੇ ਦੇ ਵਿੱਚ ਨਹੀਂ ਪਤਾ। ਪਰ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਇਹ ਬਾਬਾ ਨਾਨਕ ਤੇ ਬੇਬੇ ਨਾਨਕੀ ਨੇ ਤੇ ਬੇਬੇ ਨਾਨਕੀ ਜਿਹੜੀ ਹੈ ਉਹ ਬਾਬਾ ਨਾਨਕ ਜੀ ਨੂੰ ਰੱਖੜੀ ਬੰਨ੍ਹਦੀ ਪਈ ਹੈ, ਤੇ ਫਿਰ ਇੱਥੇ ਵਿਚਾਰ ਕਰਨੀ ਬਣਦੀ ਹੈ ਕਿ ਬਾਬਾ ਨਾਨਕ ਜੀ ਨੇ ਰੱਖੜੀ ਬਣਾਈ ਸੀਗੀ? ਕੀ ਬੇਬੇ ਨਾਨਕੀ ਜੀ ਨੇ ਬਾਬਾ ਨਾਨਕ ਨੂੰ ਰੱਖੜੀ ਬੰਨੀ ਸੀ? ਸੱਚ ਕਰਕੇ ਜਾਣਿਓ, ਇਹ ਵਿਚਾਰਾਂ ਜਿਹੜੀਆਂ ਨੇ ਰੱਖੜੀ ਵਾਲੀਆਂ, ਇਹ ਗੁਰਮਤ ਤੋਂ ਤਾਂ ਬਹੁਤ ਦੂਰ ਦੀਆਂ ਵਿਚਾਰਾਂ ਨੇ। ਜਿੱਥੇ ਗੁਰਮਤ ਦੀ ਗੱਲ ਹੈ ਉੱਥੇ ਰੱਖੜੀ ਵਰਗੇ ਤਿਉਹਾਰ, ਕਰਵਾ ਚੌਥ ਵਰਗੇ ਤਿਉਹਾਰ, ਇਹਨਾਂ ਦਾ ਤੇ ਕੋਈ ਲੈਣਾ ਦੇਣਾ ਹੀ ਨਹੀਂ ਹੈਗਾ। ਕਿਉਂਕਿ ਭਾਵੇਂ ਰੱਖੜੀ ਦਾ ਤਿਉਹਾਰ ਹੋਵੇ, ਭਾਵੇਂ ਕਰਵਾ ਚੌਥ ਦਾ ਤਿਉਹਾਰ ਹੋਵੇ, ਭਾਵੇਂ ਭਈਆ ਦੂਜ ਦਾ ਤਿਉਹਾਰ ਹੋਵੇ, ਇਹਨਾਂ ਸਾਰੇ ਤਿਉਹਾਰਾਂ ਦੇ ਵਿੱਚ ਔਰਤ ਨੂੰ ਨੀਵਾਂ ਕੀਤਾ ਜਾਂਦਾ ਹੈ ਤੇ ਭਰਾ ਨੂੰ ਉੱਚਾ ਕਰਕੇ ਵਿਖਾਇਆ ਜਾਂਦਾ ਹੈ। ਜਿਹੜੀ ਬਰਾਬਰਤਾ ਵਾਲੀ ਗੱਲ ਹੈ ਨਾ, ਉਹਨੂੰ ਖਤਮ ਕੀਤਾ ਜਾਂਦਾ ਹੈ। ਜਦ ਕਿ ਕੁਦਰਤ ਨੇ ਲੜਕਾ ਹੋਵੇ ਭਾਵੇਂ ਲੜਕੀ ਹੋਵੇ, ਭਰਾ ਹੋਵੇ ਭਾਵੇਂ ਭੈਣ ਹੋਵੇ, ਇੱਕ ਸਮਾਨ ਬਣਾਇਆ ਹੈ। ਕੋਈ ਅੰਤਰ ਨਹੀਂ ਹੈ, ਕੋਈ ਫਰਕ ਨਹੀਂ ਹੈ, ਇੱਕ ਸਮਾਨ ਬਣਾਇਆ ਹੈ ਕੁਦਰਤ ਨੇ। ਠੀਕ ਹੈ, ਸਰੀਰ ਦੇ ਅੰਗਾਂ ਦਾ ਫਰਕ ਹੋ ਸਕਦਾ ਹੈ। ਔਰਤ ਨੂੰ ਕੁਦਰਤ ਨੇ ਇਹ ਦਾਤ ਦਿੱਤੀ ਹੈ ਕਿ ਉਹ ਬੱਚਾ ਪੈਦਾ ਕਰ ਸਕਦੀ ਹੈ। ਇੱਕ ਮਰਦ ਨੂੰ ਇਹ ਚੀਜ਼ ਨਹੀਂ ਮਿਲੀ ਕਿ ਉਹ ਬੱਚਾ ਪੈਦਾ ਕਰ ਸਕੇ। ਠੀਕ ਹੈ ਨਾ, ਬਸ ਇੰਨਾ ਕੁ ਫਰਕ ਤੇ ਆਪਾਂ ਕਹਿ ਸਕਦੇ ਹਾਂ ਕਿ ਹੈਗਾ ਵਾ। ਠੀਕ ਹੈ, ਪਰ ਜੇ ਅਸੀਂ ਇਹ ਗੱਲ ਕਹੀਏ ਕਿ ਔਰਤ ਨੀਵੀਂ ਹੈ ਤੇ ਮਰਦ ਉੱਚਾ ਹੈ, ਇਹ ਗੱਲ ਆਪਣੇ ਆਪ ਦੇ ਵਿੱਚ ਜੱਚਦੀ ਨਹੀਂ ਹੈ। ਤੇ ਬਾਬਾ ਨਾਨਕ ਜੀ ਨੇ ਸਾਰੀ ਜ਼ਿੰਦਗੀ ਇਹੀ ਪ੍ਰਚਾਰ ਕੀਤਾ ਹੈ ਕਿ ਔਰਤ ਨੂੰ ਨੀਵਾਂ ਨਾ ਕਹੋ, ਔਰਤ ਨੀਵੀਂ ਨਹੀਂ ਹੈ, ਉਹ ਤੁਹਾਡੇ ਬਰਾਬਰ ਦੀ ਹੈ। ਇੱਕ ਮਰਦ ਦੇ ਬਰਾਬਰ ਔਰਤ ਖੜ ਸਕਦੀ ਹੈ। ਮਰਦ ਦੇ ਵਿੱਚ ਤੇ ਔਰਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਹੈ। ਬਾਬਾ ਨਾਨਕ ਜੀ ਤੇ ਇਹ ਪ੍ਰਚਾਰ ਕਰਦੇ ਰਹੇ ਨੇ, ਦੁਨੀਆ ਦੇ ਲੋਕਾਂ ਨੂੰ ਇਹ ਗੱਲ ਸਮਝਾਉਂਦੇ ਰਹੇ ਨੇ। ਪਰ ਇਹ ਤਸਵੀਰ ਬਣਾਉਣ ਵਾਲੇ ਨੇ ਇਹ ਗੱਲ ਪੇਸ਼ ਕਰਨੀ ਚਾਹੀਏ ਕਿ ਬਾਬਾ ਨਾਨਕ ਜੀ ਵੀ ਆਪਣੀ 5 ਸਾਲ ਵੱਡੀ ਜਿਹੜੀ ਭੈਣ ਸੀ ਬੇਬੇ ਨਾਨਕੀ, ਉਹਨੂੰ ਨੀਵਾਂ ਸਮਝਦੇ ਸੀ ਤੇ ਆਪਣੇ ਆਪ ਨੂੰ ਉੱਚਾ ਸਮਝਦੇ ਸੀ। ਤਾਂ ਉਹ ਰੱਖੜੀ ਬਣਾ ਰਹੇ ਨੇ ਤੇ ਭੈਣ ਨੂੰ ਇਹ ਵਚਨ ਦੇ ਰਹੇ ਨੇ ਕਿ ਤੇਰੀ ਰੱਖਿਆ ਹੁਣ ਮੈਂ ਕਰਾਂਗਾ, ਤੂੰ ਮੈਨੂੰ ਰੱਖੜੀ ਬੰਨ। ਜਦੋਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਸਾਨੂੰ ਪੜ੍ਹਨ ਵਾਸਤੇ ਮਿਲਦਾ ਹੈ ਕਿ ਬਾਬਾ ਨਾਨਕ ਜੀ ਪ੍ਰਚਾਰਕ ਦੌਰਿਆਂ ਦੇ ਉੱਤੇ ਰਹੇ ਨੇ। ਪਹਿਲੀ ਪ੍ਰਚਾਰ ਫੇਰੀ ਜਿਹੜੀ ਉਹਨਾਂ ਦੀ ਹੈ ਉਹ ਪੌਣੇ 8 ਸਾਲ ਦੀ ਹੈ। ਹੁਣ ਜਿਹੜਾ ਭਰਾ ਪੌਣੇ 8 ਸਾਲ ਵਾਸਤੇ ਆਪਣੇ ਘਰੋਂ ਬਾਹਰ ਹੀ ਚਲਿਆ ਗਿਆ, ਠੀਕ ਹੈ, ਤੇ ਪਿੱਛੇ ਭੈਣ ਉਹ ਤੇ ਆਪਣੇ ਘਰ ਦੇ ਵਿੱਚ ਹੈ ਨਾ, ਤੇ ਕੋਈ ਭੈਣ ਨੂੰ ਮੰਨ ਲਓ ਆਫਤ ਆ ਵੀ ਜਾਂਦੀ ਤੇ ਬਾਬਾ ਨਾਨਕ ਜੀ ਨੂੰ ਕਿਵੇਂ ਪਤਾ ਲੱਗਣਾ ਸੀਗਾ ਕਿ ਮੇਰੀ ਭੈਣ ਦੇ ਉੱਤੇ ਆਫਤ ਆਈ ਹੈ ਤੇ ਮੈਂ ਤੇ ਰੱਖੜੀ ਬਣਾਈ ਸੀ ਤੇ ਮੈਂ ਹੁਣ ਜਾ ਕੇ ਬਚਾਉਣਾ?
मतलब ये नॉनसेंस गल्लां ने जिहड़ियां कीतियां जांदियां ने ते खास कर जिस मूर्ख बंदे ने ये तस्वीर बनाई है वो आप ही सब तो वड्डा बेवकूफ नूं असीं कह सकदे हां कि जिन्हें ये चीज बाबा नानक जी दे नाल ते बेबे नानकी दे नाल जोड़ दित्ती है। नाले मैं एक इत्थे बेनती करनी चाहांगा, तुसीं गौर करियो, ਜਿਹੜੇ ਬਾਬਾ ਨਾਨਕ ਜੀ ਜਨੇਊ ਦਾ ਖੰਡਨ ਕਰਦੇ ਨੇ ਗੁਰਬਾਣੀ ਦੇ ਵਿੱਚ, ਆਸਾ ਕੀ ਵਾਰ ਦੀ ਬਾਣੀ ਤੁਸੀਂ ਪੜ੍ਹ ਕੇ ਵੇਖੋ, ਜਨੇਊ ਦਾ ਖੰਡਨ ਕੀਤਾ ਗਿਆ, ਉਹਨਾਂ ਨੇ ਜਨੇਊ ਨਹੀਂ ਪਵਾਇਆ। ਜਦੋਂ ਪੰਡਤ ਹਰਦਿਆਲ ਬਾਬਾ ਨਾਨਕ ਜੀ ਦੇ ਗਲ ਦੇ ਵਿੱਚ ਜਨੇਊ ਪਾਉਣ ਲੱਗਦਾ ਹੈ ਤੇ ਬਾਬਾ ਨਾਨਕ ਜੀ ਕੀ ਕਹਿੰਦੇ ਨੇ ਕਿ ਪੰਡਤ ਜੀ ਮੈਂ ਇਹ ਜਨੇਊ ਨਹੀਂ ਪਾਉਣਾ, ਕਿਉਂਕਿ ਤੁਹਾਡਾ ਜਿਹੜਾ ਇਹ ਜਨੇਊ ਹੈ ਨਾ ਇਹ ਵੰਡੀਆਂ ਪੈਦਾ ਕਰਦਾ ਹੈ, ਇਹ ਵੰਡੀਆਂ ਪੈਦਾ ਕਰਦਾ ਹੈ। ਇਹ ਤੁਸੀਂ ਕੇਵਲ ਉੱਚੀ ਜਾਤ ਵਾਲੇ ਦੇ ਗਲ ਦੇ ਵਿੱਚ ਪਾਉਂਦੇ ਹੋ, ਇੱਕ ਸ਼ੂਦਰ ਦੇ ਗਲ ਵਿੱਚ ਨਹੀਂ ਪਾਉਂਦੇ। ਤੁਸੀਂ ਇਹ ਜਨੇਊ ਜਿਹੜਾ ਹੈ ਉਹ ਇੱਕ ਔਰਤ ਦੇ ਗਲ ਦੇ ਵਿੱਚ ਨਹੀਂ ਪਾਉਂਦੇ, ਤੁਸੀਂ ਕਿਸੇ ਨੂੰ ਉੱਚਾ ਕਰ ਰਹੇ ਹੋ ਤੇ ਕਿਸੇ ਨੂੰ ਨੀਵਾਂ ਕਰਦੇ ਪਏ ਹੋ। ਇਸ ਕਰਕੇ ਤੁਹਾਡਾ ਜਿਹੜਾ ਇਹ ਜਨੇਊ ਹੈ ਧਾਗੇ ਵਾਲਾ ਜਨੇਊ ਇਹ ਮੈਂ ਨਹੀਂ ਪਾਉਣਾ। ਬਾਬਾ ਨਾਨਕ ਜੀ ਨੇ ਉਸ ਧਾਗੇ ਵਾਲੇ ਜਨੇਊ ਨੂੰ ਰਿਜੈਕਟ ਕਰ ਦਿੱਤਾ ਸੀਗਾ ਤੇ ਬਕਾਇਦਾ ਸ਼ਲੋਕ ਉਚਾਰਨ ਕੀਤਾ ਸੀ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਬਾਬਾ ਨਾਨਕ ਨੇ ਸਗੋਂ ਪਾਂਡੇ ਨੂੰ ਇਹ ਗੱਲ ਕਹੀ ਸੀ ਵੀ ਪੰਡਤ ਜੀ ਮੈਂ ਤੁਹਾਡਾ ਧਾਗੇ ਵਾਲਾ ਜਨੇਊ ਤੇ ਨਹੀਂ ਪਾਉਣਾ, ਪਰ ਇੱਕ ਜਨੇਊ ਮੈਂ ਤੁਹਾਨੂੰ ਦੱਸਦਾ, ਜੇ ਇਹ ਜਨੇਊ ਤੁਹਾਡੇ ਕੋਲ ਹੈ ਤਾਂ ਮੈਨੂੰ ਦੇ ਦਿਓ। ਉਹ ਕਿਹੜਾ ਜਨੇਊ ਹੈ? ਦਇਆ ਕਪਾ, ਜਿਹਦੀ ਕਪਾ ਦਇਆ ਦੀ ਹੋਵੇ, ਭਾਵ ਦਇਆ ਵਾਲਾ ਗੁਣ, ਦਇਆ ਕਪਾ ਸੰਤੋਖ ਸੂਤ, ਜਿਹਦਾ ਸੂਤ ਸੰਤੋਖ ਦਾ ਹੋਵੇ, ਭਾਵ ਸੰਤੋਖ ਵਾਲਾ ਗੁਣ, ਗੁਣਾਂ ਦੀ ਗੱਲ ਕੀਤੀ ਸੀ। ਜਤ ਗੰਢੀ ਸੱਤ ਵਟ ਇਹ ਜਨੇਊ ਜੀ ਕਾ, ਇਹ ਜਿਹੜਾ ਜਨੇਊ ਹੈ ਨਾ ਇਹ ਜੀ ਦਾ, ਇਹ ਮਨ ਦਾ ਜਨੇਊ ਹੈ। ਇਹ ਜਨੇਊ ਜੀ ਕਾ ਹਈ ਹੈਗਾ ਤਾਂ ਪਾਂਡੇ ਘੱਤ, ਤਾਂ ਪਾਂਡੇ ਬਣਾ ਦੇ। ਹੁਣ ਪੰਡਤ ਦੇ ਕੋਲ ਦਇਆ ਵਾਲਾ ਸੰਤੋਖ ਵਾਲਾ ਜਤ ਸੱਤ ਵਾਲਾ ਜਨੇਊ ਕਿੱਥੋਂ ਹੋਣਾ ਸੀਗਾ? ਉਹ ਵਿਚਾਰਾ ਤੇ ਆਪ ਗੁਣਾਂ ਤੋਂ ਸਖਣਾ ਸੀਗਾ। ਨਾਲੇ ਇਹ ਜਨੇਊ ਜਿਹੜਾ ਹੈ ਨਾ ਚੰਗੇ ਗੁਣਾਂ ਵਾਲਾ, ਇਹ ਵੈਸੇ ਵੀ ਕਿਸੇ ਦੇ ਕੋਲੋਂ ਲੈ ਕੇ ਪਾਉਣਾ ਨਹੀਂ ਪੈਂਦਾ। ਕੁਦਰਤ ਨੇ ਇਸ ਜਨੇਊ ਦੀ ਦਾਤ ਦੁਨੀਆ ਦੇ ਹਰ ਇੱਕ ਮਨੁੱਖ ਨੂੰ ਦਿੱਤੀ ਹੈ, ਭਾਵ ਦਇਆ ਦਾ ਗੁਣ ਸਾਡੇ ਅੰਦਰ ਪਿਆ ਹੋਇਆ ਹੈ, ਸੰਤੋਖ ਦਾ ਗੁਣ, ਜਤ ਸੱਤ ਵਾਲਾ ਗੁਣ ਸਾਡੇ ਅੰਦਰ ਪਿਆ ਹੋਇਆ ਵਾ। ਇਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਉਜਾਗਰ ਕਰਕੇ ਅਸੀਂ ਇਸ ਜਨੇਊ ਨੂੰ ਪਾ ਸਕਦੇ ਹਾਂ। ਸੋ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿਸ ਬਾਬਾ ਨਾਨਕ ਨੇ ਪੁਜਾਰੀ ਦੇ ਧਾਗੇ ਵਾਲੇ ਜਨੇਊ ਨੂੰ ਕੰਡੈਮ ਕਰ ਦਿੱਤਾ ਹੋਵੇ, ਰਿਜੈਕਟ ਕਰ ਦਿੱਤਾ ਹੋਵੇ, ਉਹ ਬਾਬਾ ਨਾਨਕ ਜੀ ਇਹ ਰੱਖੜੀ ਵਰਗੀ ਚੀਜ਼ ਦੇ ਵਿੱਚ ਕਿਉਂ ਫਸਣਗੇ? ਠੀਕ ਹੈ ਨਾ, ਇਹ ਰੱਖੜੀ ਜਿਹੜੀ ਹੈ ਇਹ ਤੇ ਔਰਤ ਨੂੰ ਨੀਵਾਂ ਵਿਖਾਉਣ ਵਾਲੀ ਹੈ। ਆਮ ਕਰਕੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ, ਵੇਖੋ ਜੀ ਇਹ ਭਰਾ ਤੇ ਭੈਣ ਦੇ ਪਿਆਰ ਦਾ ਪ੍ਰਤੀਕ ਹੈ ਇਹ ਤਿਉਹਾਰ। ਹੱਦ ਹੋ ਗਈ ਵੀ ਦੁਨੀਆ ਦੇ ਵਿੱਚ ਜਾਂ ਖਾਸ ਕਰ ਇਸ ਇੰਡੀਆ ਦੇ ਵਿੱਚ ਕੇਵਲ ਭੈਣ ਤੇ ਭਰਾ ਹੀ ਆਪਸ ਦੇ ਵਿੱਚ ਪਿਆਰ ਕਰਦੇ ਨੇ। ਪਿਆਰ ਤੇ ਪਤੀ ਪਤਨੀ ਦਾ ਵੀ ਹੋ ਸਕਦਾ ਹੈ, ਪਿਆਰ ਤੇ ਮਾਂ ਤੇ ਪੁੱਤਰ ਦਾ ਵੀ ਹੋ ਸਕਦਾ ਹੈ, ਇੱਕ ਪੁੱਤਰ ਤੇ ਮਾਂ ਦਾ ਵੀ ਹੋ ਸਕਦਾ ਹੈ। ਠੀਕ ਹੈ ਨਾ, ਪਿਆਰ ਤੇ ਭੈਣਾ ਭੈਣਾਂ ਦਾ ਵੀ ਹੋ ਸਕਦਾ ਹੈ, ਪਿਆਰ ਤੇ ਜਿਹੜਾ ਹੈ ਉਹ ਪਿਓ ਤੇ ਧੀ ਦਾ ਵੀ ਹੋ ਸਕਦਾ ਹੈ। ਫਿਰ ਉਹਨਾਂ ਵਾਸਤੇ ਤੇ ਕੋਈ ਤਿਉਹਾਰ ਨਹੀਂ ਬਣੇ ਕਿ ਹੁਣ ਬਣਾਉਣੇ ਨੇ ਉਹਨਾਂ ਦੇ ਵਾਸਤੇ ਵੀ ਤਿਉਹਾਰ, ਵੀ ਇਹਨਾਂ ਵਾਸਤੇ ਵੀ ਵੱਖਰੇ ਵੱਖਰੇ ਤਿਉਹਾਰ ਬਣਾਈਏ, ਵੀ ਹਰ ਸਾਲ ਨਾ ਇਹ ਰੀਨਿਊ ਕਰ ਲਿਆ ਕਰਨ ਆਪਣੇ ਆਪਣੇ ਪਿਆਰ ਨੂੰ। ਆ ਰੱਖੜੀ ਦੇ ਉੱਤੇ ਕੀ ਹੁੰਦਾ? ਰੀਨਿਊ ਹੀ ਕੀਤਾ ਜਾ ਰਿਹਾ ਵੀ ਹਰ ਸਾਲ ਭੈਣ ਜਿਹੜੀ ਆ ਉਹ ਭਰਾ ਨੂੰ ਰੱਖੜੀ ਬੰਨ੍ਹਦੀ ਹੈ, ਲਓ ਜੀ ਰੀਨਿਊ ਹੋ ਗਿਆ। ਜਿਵੇਂ ਲਾਇਸੈਂਸ ਬਣਦਾ ਹੈ ਨਾ, ਵੀ ਲਾਇਸੈਂਸ ਬਣਿਆ 20 ਸਾਲ ਦਾ, ਜਾਂ ਕਿਸੇ ਨੇ ਆਪਣਾ ਪਾਸਪੋਰਟ ਬਣਾਇਆ ਤੇ ਉਹਦੀ ਡੇਟ ਜਿਹੜੀ ਹੈ ਉਹ ਖਤਮ ਹੋ ਗਈ ਤੇ ਉਸ ਤੋਂ ਬਾਅਦ ਦੁਬਾਰਾ ਬਣਦਾ ਹੈ, ਰੀਨਿਊ ਕੀਤਾ ਜਾਂਦਾ ਹੈ। ਇਹ ਮੈਨੂੰ ਇੰਜ ਲੱਗਦਾ ਵੀ ਇਹ ਰੱਖੜੀ ਵਰਗੇ ਤਿਉਹਾਰ ਨੇ ਜਿਹੜੇ, ਇਹ ਵੀ ਸ਼ਾਇਦ ਇਸੇ ਤਰ੍ਹਾਂ ਹੀ ਨੇ ਵੀ ਹਰ ਸਾਲ ਪਿਆਰ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਤੇ ਰੱਖੜੀ ਬੰਨ ਕੇ ਇਹਨੂੰ ਰੀਨਿਊ ਕੀਤਾ ਜਾਂਦਾ ਕਿ ਪਿਆਰ ਜਿਹੜਾ ਸੋਹਣੇ ਤਰੀਕੇ ਦੇ ਨਾਲ ਚੱਲਦਾ ਰਹੇ। ਸੱਚ ਕਰਕੇ ਜਾਣਿਓ, ਕਈ ਫੋਟੋਆਂ ਤੁਸੀਂ ਫੇਸਬੁੱਕ ਦੇ ਉੱਤੇ ਐਸੀਆਂ ਵੀ ਵੇਖੀਆਂ ਹੋਣਗੀਆਂ ਜਿਹਦੇ ਵਿੱਚ ਬਾਬਾ ਨਾਨਕ ਜੀ ਦੇ ਮੂੰਹ ਦੇ ਵਿੱਚ ਸਿਗਰਟ ਪਵਾਈ ਹੋਈ ਹੈ। ਮਤਲਬ ਹੈ ਤੇ ਉਹ ਤਸਵੀਰ ਝੂਠੀ ਹੈ, ਪਰ ਪੇਸ਼ ਕਰਨ ਵਾਲਾ ਇਸ ਤਰੀਕੇ ਨਾਲ ਪੇਸ਼ ਕਰਦਾ ਪਿਆ ਕਿ ਇਹ ਬਾਬਾ ਨਾਨਕ ਨੇ ਤੇ ਸਿਗਰਟ ਪੀਂਦੇ ਪਏ ਨੇ। ਜੇ ਤੇ ਤੁਸੀਂ ਆ ਰੱਖੜੀ ਵਾਲੀ ਫੋਟੋ ਨੂੰ ਸੱਚ ਮੰਨਦੇ ਹੋ, ਫਿਰ ਤੁਹਾਨੂੰ ਉਹ ਸਿਗਰਟ ਪੀਂਦੇ ਵਾਲੀ ਫੋਟੋ ਨੂੰ ਵੀ ਸੱਚ ਮੰਨਣਾ ਪਵੇਗਾ। ਤੇ ਦੁਨੀਆ ਦੇ ਲੋਕ ਨੇ ਜਿਹੜੇ ਉਹ 36 ਤਰ੍ਹਾਂ ਦੀਆਂ ਫੋਟੋਆਂ ਲਿਆ ਕੇ ਤੁਹਾਡੇ ਸਾਹਮਣੇ ਰੱਖ ਦੇਣਗੇ ਤੇ ਤੁਸੀਂ ਬਸ ਮੰਨੀ ਜਾਇਓ ਵੀ ਇਹ ਫੋਟੋ ਹੈ, ਇਹਦੇ ਵਿੱਚ ਆਹ ਕੰਮ ਬਾਬੇ ਨਾਨਕ ਨੇ ਕੀਤਾ ਹੋਇਆ, ਤੇ ਫਿਰ ਜੀ ਇਹ ਤਾਂ ਸਾਨੂੰ ਵੀ ਹੁਣ ਕਰਨਾ ਹੀ ਚਾਹੀਦਾ ਹੈ। ਅਸਲ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੀ ਦੁਕਾਨਦਾਰੀ ਚਲਾਉਣੀ ਹੁੰਦੀ ਹੈ, ਜਿਨ੍ਹਾਂ ਲੋਕਾਂ ਨੇ ਆਪਣੀਆਂ ਰੱਖੜੀਆਂ ਵੇਚਣੀਆਂ ਨੇ, ਮਠਾਈਆਂ ਵੇਚਣੀਆਂ ਨੇ, ਉਹਨਾਂ ਲੋਕਾਂ ਦੇ ਵੱਲੋਂ ਹੀ ਇਹ ਸਾਜ਼ਿਸ਼ੀ ਤਰੀਕੇ ਦੇ ਨਾਲ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ ਕਿ ਜਿਹੜੇ ਆਪਣੇ ਆਪ ਨੂੰ
ਸਿੱਖ ਅਖਵਾਉਂਦੇ ਨੇ ਉਹ ਰੱਖੜੀ ਨਹੀਂ ਬੰਨ੍ਹਦੇ ਤੇ ਉਹਨਾਂ ਨੂੰ ਕਿਵੇਂ ਰੱਖੜੀ ਵਾਲੇ ਪਾਸੇ ਨੂੰ ਲੈ ਕੇ ਆਂਦਾ ਜਾਵੇ। ਠੀਕ ਹੈ ਨਾ, ਇਸ ਕਰਕੇ ਇਹ ਚੀਜ਼ਾਂ ਕੀਤੀਆਂ ਜਾਂਦੀਆਂ ਨੇ, ਤਸਵੀਰਾਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਬੜੇ ਲੋਕ ਇਸ ਤਸਵੀਰ ਦੇ ਵੱਲ ਵੇਖ ਵੇਖ ਕੇ ਰੱਖੜੀਆਂ ਬੰਨੀ ਜਾਂਦੇ ਨੇ ਵੀ ਬਾਬੇ ਨਾਨਕ ਨੇ ਬੇਬੇ ਨਾਨਕੀ ਦੇ ਕੋਲੋਂ ਰੱਖੜੀ ਬਣਾਈ ਸੀ ਤੇ ਅਸੀਂ ਵੀ ਹੁਣ ਰੱਖੜੀ ਬਣਾਵਾਂਗੇ। ਪਰ ਇਹ ਤਿਉਹਾਰ ਨੇ ਜਿਹੜੇ ਉਹ ਔਰਤ ਨੂੰ ਨੀਵਾਂ ਵਿਖਾਉਣ ਵਾਲੇ ਨੇ। ਇੱਥੇ ਬਰਾਬਰਤਾ ਦੀ ਗੱਲ ਹੈ। ਜੇ ਤੁਸੀਂ ਰੱਖਿਆ ਦੀ ਵੀ ਗੱਲ ਕਰਦੇ ਹੋ ਨਾ ਕਿ ਇੱਕ ਭਰਾ ਹੀ ਆਪਣੇ ਭੈਣ ਦੀ ਰੱਖਿਆ ਕਰ ਸਕਦਾ ਹੈ, ਤਾਂ ਮੈਂ ਤੁਹਾਨੂੰ ਸਵਾਲ ਕਰਨਾ ਚਾਹਾਂਗਾ, ਕਈ ਵਾਰ ਐਸਾ ਵੀ ਹੁੰਦਾ ਹੈ ਕਿ ਭੈਣ ਜਿਹੜੀ ਹੈ ਨਾ ਉਹ ਵੱਡੀ ਹੁੰਦੀ ਹੈ ਤੇ ਭਰਾ ਜਿਹੜਾ ਹੁੰਦਾ ਹੈ ਉਹ ਛੋਟਾ ਹੁੰਦਾ ਹੈ। ਭੈਣ ਨੇ ਭਰਾ ਨੂੰ ਆਪਣੇ ਬੱਚੇ ਵਾਂਗੂ ਕਈ ਵਾਰ ਪਾਲਿਆ ਹੁੰਦਾ ਹੈ, ਮਤਲਬ 10 ਸਾਲ ਦਾ ਫਰਕ ਹੈ। ਠੀਕ ਹੈ ਨਾ, ਭੈਣ ਦੇ ਵਿੱਚ ਤੇ ਭਰਾ ਦੇ ਵਿੱਚ। ਹੁਣ ਭੈਣ 10 ਸਾਲ ਵੱਡੀ ਹੈ ਤੇ ਭਰਾ ਜਿਹੜਾ ਹੈ ਉਹ ਛੋਟਾ ਹੈ, ਤੇ ਉਹ ਤੇ ਆਪਣੇ ਬੱਚੇ ਵਾਂਗ ਉਸ ਨੂੰ ਪਾਲ ਰਹੀ ਹੈ, ਉਹਦਾ ਨੱਕ ਵੀ ਪੂੰਝਦੀ ਹੈ, ਉਹਨੂੰ ਪੜ੍ਹਾਉਂਦੀ ਹੈ, ਉਹਨੂੰ ਲਿਖਾਉਂਦੀ ਹੈ। ਠੀਕ ਹੈ ਨਾ, ਉਹ ਮਲ ਮੂਤਰ ਕਰਦਾ, ਉਹਦੀ ਨੈਪੀ ਚੇਂਜ ਕਰਦੀ ਹੈ ਛੋਟੇ ਹੁੰਦਿਆਂ ਦੀ। ਤੇ ਬਾਅਦ ਵਿੱਚ ਉਹੀ ਭਰਾ ਹੁਣ ਰੱਖੜੀ ਬੰਨ ਕੇ ਕਹਿੰਦਾ ਮੈਂ ਤੇਰੀ ਰੱਖਿਆ ਕਰਾਂਗਾ। ਉਹ ਭਰਾਵਾ ਤੇਰੇ ਕੋ ਆਪਣਾ ਨੱਕ ਤੇ ਪੂੰਝਿਆ ਨਹੀਂ ਸੀ ਜਾਂਦਾ, ਹੁਣ ਤੂੰ ਸਵਾਹ ਰੱਖਿਆ ਕਰਨੀ ਹੈ। ਮਤਲਬ ਕਿਹੋ ਜਿਹੇ ਤਿਉਹਾਰ ਬਣਾ ਕੇ ਰੱਖ ਦਿੱਤੇ ਗਏ ਕਿ ਇੱਕ ਭੈਣ ਜਿਹੜੀ ਹੈ ਉਹ ਕਿਸੇ ਹੋਰ ਸਟੇਟ ਵਿੱਚ ਰਹਿ ਰਹੀ ਹੈ, ਭਰਾ ਕਿਸੇ ਹੋਰ ਸਟੇਟ ਵਿੱਚ ਰਹਿ ਰਿਹਾ ਹੈ। ਤੇ ਕਈ ਵਾਰ ਐਸਾ ਵੀ ਤੁਹਾਨੂੰ ਵੇਖਣ ਵਾਸਤੇ ਮਿਲਦਾ ਹੈ ਕਿ ਰੱਖੜੀ ਜਿਹੜੀ ਹੈ ਭੈਣ ਆਪਣੇ ਭਰਾ ਨੂੰ ਭੇਜਦੀ ਹੈ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ। ਹੁਣ ਮੰਨ ਵੀ ਲਓ ਜੇ ਭਰਾ ਨੇ ਉਸ ਰੱਖੜੀ ਨੂੰ ਬੰਨ ਵੀ ਲਿਆ ਤੇ ਜੇ ਭੈਣ ਨੂੰ ਉੱਥੇ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਕਿਵੇਂ ਜਾਏਗਾ ਇੱਕਦਮ ਉਹਦੀ ਰੱਖਿਆ ਕਰਨ ਦੇ ਵਾਸਤੇ। ਮਤਲਬ ਇਦਾਂ ਕੁਝ ਨਹੀਂ ਹੈ। ਉਸ ਸਮੇਂ ਲਾਗੇ ਕੌਣ ਹੈ? ਉਸ ਭੈਣ ਦੇ ਲਾਗੇ ਕੌਣ ਹੈ? ਉਹਦਾ ਪਤੀ ਹੋਵੇਗਾ ਨਾ ਉਹਦੇ ਲਾਗੇ, ਤੇ ਰੱਖਿਆ ਤੇ ਪਤੀ ਕਰੇਗਾ। ਫਿਰ ਪਤੀ ਨੂੰ ਰੱਖੜੀ ਬਣਾ ਦਿਓ। ਜੇ ਰੱਖਿਆ ਕਰਨ ਵਾਸਤੇ ਰੱਖੜੀ ਦੀ ਲੋੜ ਹੈ ਤਾਂ ਫਿਰ ਤੇ ਚਾਹੀਦਾ ਵੀ ਪਤੀ ਨੂੰ ਰੱਖੜੀ ਬੰਨੋ। ਜਾਂ ਜਿਹੜੇ ਇੱਕ ਔਰਤ ਹੈ ਆਪਣੇ ਨਾਲ ਬਾਡੀਗਾਰਡ ਲੈ ਕੇ ਘੁੰਮਦੀ ਪਈ ਹੈ, ਉਹ ਸਾਰੇ ਬਾਡੀਗਾਰਡਾਂ ਨੂੰ ਰੱਖੜੀ ਬੰਨੀ ਜਾਵੇ। ਮਤਲਬ ਕਿਆ ਤਮਾਸ਼ਾ ਬਣਾ ਰੱਖਿਆ ਹੈ, ਕਿਆ ਬੇਵਕੂਫਾਂ ਵਾਲੀਆਂ ਇਹ ਗੱਲਾਂ ਨੇ ਵੀ ਰੱਖਿਆ ਕਰਨ ਵਾਸਤੇ ਤਿਉਹਾਰ ਹੈ, ਕੋਈ ਕਹਿੰਦਾ ਪਿਆਰ ਵਾਸਤੇ ਇਹ ਤਿਉਹਾਰ ਹੈ। ਸੱਚ ਕਰਕੇ ਦੱਸਿਆ ਇਹਦੇ ਵਿੱਚ ਜਿਹੜਾ ਅਸਲ ਮਕਸਦ ਹੈ ਨਾ ਉਹ ਕੀ ਹੈ? ਅੱਜ ਦੇ ਟਾਈਮ ਦੇ ਵਿੱਚ ਇਹ ਚੀਜ਼ ਆਮ ਕਰਕੇ ਵੇਖਣ ਵਾਸਤੇ ਮਿਲ ਜਾਂਦੀ ਹੈ ਕਿ ਭੈਣ ਨੂੰ ਪਤਾ ਹੈ ਕਿ ਭਰਾ ਦੇ ਘਰ ਜਾਵਾਂਗੀ ਤਾਂ ਕੁਝ ਨਾ ਕੁਝ ਲੈ ਕੇ ਆਵਾਂਗੀ। ਜ਼ਿਆਦਾਤਰ ਲੋਕਾਂ ਦਾ ਕੇਵਲ ਇਹੀ ਮਕਸਦ ਹੈ ਵੀ ਜਾਵਾਂਗੀ ਤਾਂ ਕੁਝ ਨਾ ਕੁਝ ਲੈ ਕੇ ਆਵਾਂਗੀ। ਹੁਣ 4 ਭਰਾ ਨੇ, 4 ਭਰਾਵਾਂ ਨੂੰ ਰੱਖੜੀ ਬੰਨਾਂਗੀ, 1000 ਰੁਪਈਆ 1500 2000 ਤੇ ਦੇਣਗੇ ਨਾ। ਕੋਈ ਨਾ ਕੋਈ ਆਈਟਮ ਤਾਂ ਮੈਨੂੰ ਉੱਥੋਂ ਦੀ ਮਿਲੇਗੀ ਨਾ, ਕੋਈ ਨਾ ਕੋਈ ਚੀਜ਼ ਤਾਂ ਮਿਲੇਗੀ ਨਾ ਉੱਥੋਂ ਦੀ। 4 ਭਰਾ ਨੇ ਵਾਵਾ ਮਾਲ ਮੱਤਾ ਇਕੱਠਾ ਕਰਕੇ ਲਿਆਵਾਂਗੀ। ਤਾਂ ਕਈ ਵਿਚਾਰੇ ਜਿਹੜੇ ਪਤੀ ਹੁੰਦੇ ਨੇ ਉਹ ਵਿਚਾਰੇ ਖੱਪਦੇ ਨੇ। ਹੁਣ ਭੈਣ ਨੇ ਜਾਣਾ ਰੱਖੜੀ ਬੰਨਣ ਵਾਸਤੇ ਤੇ ਉਹ ਆਪਣੇ ਪਤੀ ਨੂੰ ਕਹਿੰਦੀ ਹੈ ਵੀ ਮਠਾਈ ਦੇ ਡੱਬੇ ਲਾਓ, ਫਰੂਟ ਲਾਓ, ਮੈਂ ਆਪਣੇ ਭਰਾ ਦੇ ਘਰ ਜਾਣਾ। ਹੁਣ ਪਤੀ ਦਾ ਖਰਚਾ ਵਾਧੂ ਹੋ ਗਿਆ ਤੇ ਉੱਥੋਂ ਦੀ ਕਈ ਵਾਰ ਇੰਨਾ ਅੱਗੋਂ ਪੈਸਾ ਮਿਲਦਾ ਨਹੀਂ ਹੈ। ਇੱਧਰ ਪਤੀ ਵੀ ਖਪਦਾ ਹੈ ਤੇ ਫਿਰ ਜਿਹੜੀ ਭੈਣ ਹੁੰਦੀ ਹੈ ਉਹ ਵੀ ਬਥੇਰਾ ਖਪਦੀ ਹੈ। ਲੈ ਅਸੀਂ ਇੰਨਾ ਖਰਚਾ ਕਰਕੇ ਉੱਥੇ ਗਏ, ਇਹਨਾਂ ਨੇ ਤਾਂ ਸਾਨੂੰ ਕੱਖ ਵੀ ਨਹੀਂ ਦਿੱਤਾ, ਉਦਾਂ ਹੀ ਤੋਰ ਦਿੱਤਾ। ਮਤਲਬ ਅੱਜ ਇਹਨਾਂ ਤਿਉਹਾਰਾਂ ਦੇ ਨਾਂ ਦੇ ਉੱਤੇ ਪਰਿਵਾਰਾਂ ਦੇ ਵਿੱਚ ਕਿਤੇ ਨਾ ਕਿਤੇ ਲੜਾਈ ਝਗੜੇ ਕਲੇਸ਼ ਇਹ ਸਭ ਕੁਝ ਵੀ ਹੈਗਾ। ਸੋ ਸਾਨੂੰ ਪਤਾ ਕੀ ਚਾਹੀਦਾ, ਜੇ ਅਸੀਂ ਵਾਕਈ ਚਾਹੁੰਦੇ ਹਾਂ ਕਿ ਅਸੀਂ ਪਿਆਰ ਵਾਲਾ ਰਿਸ਼ਤਾ ਬਣਾਉਣਾ ਹੈ ਤੇ ਪਿਆਰ ਵਾਲਾ ਰਿਸ਼ਤਾ ਇਹਨਾਂ ਤਿਉਹਾਰਾਂ ਦੇ ਕਰਕੇ ਨਹੀਂ ਬਣਨਾ। ਪਿਆਰ ਵਾਲਾ ਰਿਸ਼ਤਾ ਬਣਾਓ, ਉਹ ਬਣਨਾ ਹੈ ਚੰਗੇ ਗੁਣਾਂ ਦੇ ਕਰਕੇ, ਉਹ ਬਣਨਾ ਹੈ ਇਮਾਨਦਾਰੀ ਦੇ ਕਰਕੇ। ਠੀਕ ਹੈ ਨਾ, ਆਪਸ ਦੇ ਵਿੱਚ ਮਿਲਵਰਤਨ ਰੱਖੋ, ਬੋਲਚਾਲ ਵਧੀਆ ਰੱਖੋ। ਠੀਕ ਹੈ ਨਾ, ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਕਮਾਓ, ਤੁਹਾਡਾ ਪਿਆਰ ਸਭਨਾਂ ਦੇ ਨਾਲ ਬਣਿਆ ਰਹੇਗਾ। ਵਾਪਰਦਾ ਕੀ ਹੈ ਕਿ ਵੈਸੇ ਭੈਣ ਭਰਾ ਦੇ ਅੰਦਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਨਫ਼ਰਤ ਪੈਦਾ ਹੋਈ ਹੈ, ਪਰ ਉੱਤੋਂ ਪਿਆਰ ਵਿਖਾਇਆ ਜਾ ਰਿਹਾ ਹੈ। ਇਹ ਰੱਖੜੀਆਂ ਬੰਨ ਕੇ ਉੱਤੋਂ ਪਿਆਰ ਵਿਖਾਇਆ ਜਾ ਰਿਹਾ ਹੈ। ਸੋ ਇਹਨਾਂ ਚੀਜ਼ਾਂ ਦਾ ਗੁਰਮਤ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਦੂਰ ਤੱਕ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਆਓ ਇਹਨਾਂ ਰੱਖੜੀ ਵਰਗੇ ਤਿਉਹਾਰਾਂ ਨੂੰ ਛੱਡ ਕੇ ਕੁਝ ਚੰਗਾ ਕਰਨ ਵਾਲੇ ਪਾਸੇ ਨੂੰ ਤੁਰੀਏ। ਤੇ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਾਂ, ਕਈ ਫੋਟੋਆਂ ਨਾ ਫੇਸਬੁੱਕ ਦੇ ਉੱਤੇ ਮੈਂ ਐਸੀਆਂ ਵੀ ਵੇਖੀਆਂ ਨੇ ਕਿ ਜਿਹੜੇ ਸਿੱਖ ਅਖਵਾਉਣ ਵਾਲੇ ਨੇ ਆਪਣੇ ਆਪ ਨੂੰ ਭੈਣ ਭਰਾ, ਉਹ ਕੀ ਕਰ ਰਹੇ ਨੇ, ਇੱਕ ਦੂਜੇ ਨੂੰ ਰੱਖੜੀ ਤੇ ਨਹੀਂ ਬੰਨ੍ਹਦੇ ਪਏ, ਪਰ ਉਹ ਕੀ ਕਰ ਰਹੇ ਨੇ ਵੀ ਭੈਣ ਜਿਹੜੀ ਹੈ ਨਾ ਉਹ ਭਰਾ ਦੇ ਹੱਥ ਦੇ ਵਿੱਚ ਕੜਾ ਪਾ ਰਹੀ ਹੈ, ਜਾਂ ਇੱਕ ਭੈਣ ਜਿਹੜੀ ਹੈ ਆਪਣੇ ਭਰਾ ਨੂੰ ਕਿਰਪਾਨ ਦੇ ਰਹੀ ਹੈ ਤੇ ਉੱਤੇ ਉਹਨਾਂ ਨੇ ਲਿਖ ਕੇ ਪਾਇਆ ਹੋਇਆ ਹੈ ਵੀ ਰੱਖੜੀ ਦੇ ਨਾਲ ਰੱਖਿਆ ਨਹੀਂ ਹੋਣੀ, ਕਿਰਪਾਨ ਦੇ ਨਾਲ ਰੱਖਿਆ ਹੋਣੀ। ਇਸ ਕਰਕੇ ਮੈਂ ਭੈਣ ਆ ਜਿਹੜੀ ਉਹ ਆਪਣੇ ਭਰਾ ਨੂੰ ਕਿਰਪਾਨ ਦਿੰਦੀ ਪਈ ਆ। ਹੁਣ ਹੱਦ ਹੋ ਗਈ। ਮਤਲਬ ਤੁਸੀਂ ਤਿਉਹਾਰ ਤੇ ਮਨਾ ਹੀ ਲਿਆ ਨਾ, ਠੀਕ ਹੈ, ਰੱਖੜੀ ਨਹੀਂ ਬੰਨੀ, ਕਿਰਪਾਨ ਦੇ ਦਿੱਤੀ, ਕੜਾ ਦੇ ਦਿੱਤਾ,
ਵੇਖੋ ਕਰਮ ਕਾਂਡ ਜੇ ਰੱਖੜੀ ਬੰਨਣਾ ਹੈ ਤੇ ਕਿਰਪਾਨ ਦੇਣਾ ਵੀ, ਕੜਾ ਦੇਣਾ ਵੀ ਓਨਾ ਹੀ ਵੱਡਾ ਕਰਮ ਕਾਂਡ ਹੈ। ਮਤਲਬ ਇਹ ਕੋਈ ਸਿਆਣਪ ਨਹੀਂ ਹੈ। ਗੱਲ ਤਾਂ ਫਿਰ ਉੱਥੇ ਹੀ ਆ ਗਈ। ਇੱਕ ਭੈਣ ਆਪਣੇ ਆਪ ਨੂੰ ਫਿਰ ਕਹਿ ਰਹੀ ਹੈ ਕਿ ਮੈਂ ਆਪਣੀ ਰੱਖਿਆ ਨਹੀਂ ਕਰ ਸਕਦੀ, ਇਸ ਕਰਕੇ ਵੀਰਾ ਕਿਰਪਾਨ ਮੈਂ ਤੈਨੂੰ ਦੇ ਰਹੀ ਹਾਂ, ਕੜਾ ਮੈਂ ਤੈਨੂੰ ਦੇ ਰਹੀ ਹਾਂ ਤੇ ਤੂੰ ਮੇਰੀ ਰੱਖਿਆ ਕਰੀ। ਹੱਦ ਹੋ ਗਈ। ਮਤਲਬ ਕਰਮ ਕਾਂਡ ਕਰ ਹੀ ਲੈਣਾ ਸਾਡੇ ਲੋਕਾਂ ਨੇ ਤੇ ਆਪਣੇ ਆਪ ਨੂੰ ਉਹ ਫੇਸਬੁੱਕ ਦੇ ਉੱਤੇ ਫੋਟੋ ਪਾ ਕੇ ਨਾ ਬੜੇ ਮਹਾਨ ਦੱਸ ਰਹੇ ਹੁੰਦੇ ਨੇ, ਵੇਖੋ ਅਸੀਂ ਰੱਖੜੀ ਨਹੀਂ ਬੰਨੀ, ਅਸੀਂ ਨਾ ਕਿਰਪਾਨ ਦਿੱਤੀ ਹੈ, ਅਸੀਂ ਨਾ ਕੜਾ ਦਿੱਤਾ ਹੈ। ਭਰਾਵੋ ਕਰਮ ਕਾਂਡ ਤੇ ਕਰਮ ਕਾਂਡ ਹੀ ਹੈ, ਭਾਵੇਂ ਕਿਰਪਾਨ ਦੇ ਲਓ ਭਾਵੇਂ ਕੜਾ ਦੇ ਲਓ। ਇਹਨਾਂ ਸਾਰੀਆਂ ਚੀਜ਼ਾਂ ਦਾ ਗੁਰਮਤ ਦੇ ਵਿੱਚ ਮਾੜਾ ਮੋਟਾ ਵੀ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਬਾਹਰ ਨਿਕਲੀਏ, ਆਪਣੀ ਸੋਚ ਨੂੰ ਉੱਚਾ ਚੁੱਕੀਏ, ਵਿਵੇਕ ਬੁੱਧੀ ਦੀ ਵਰਤੋਂ ਕਰੀਏ, ਕਾਮਨ ਸੈਂਸ ਦੀ ਵਰਤੋਂ ਕਰੀਏ ਤੇ ਗੁਣਾਂ ਦੇ ਮੁਤਾਬਕ, ਗਿਆਨ ਗੁਰੂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਬਤੀਤ ਕਰਨ ਦਾ ਯਤਨ ਕਰੀਏ। ਤਾਂ ਹੀ ਅਸੀਂ ਆਪਣਾ ਜੀਵਨ ਸੋਹਣੇ ਤਰੀਕੇ ਦੇ ਨਾਲ ਬਤੀਤ ਕਰ ਸਕਦੇ।